ਵੱਡੀਆਂ ਜਿੰਦਾਂ ਵੱਡੇ ਸਾਕੇ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਦੀ ਲਾਸਾਨੀ ਕੁਰਬਾਨੀ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾ ਕੇ ਆਏ हैं। ਸਿੱਖਾਂ ਨੇ ਐਡੀ ਵੱਡੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਕਈਆਂ ਨੇ ਆਪਣੇ ਥੱਲੇ ਪੈ ਕੇ ਭੁੰਜੇ ਪੈ ਕੇ ਮੰਜੇ ਤੋਂ ਬਗੈਰ ਗੁਜ਼ਾਰਿਆ। ਗੁਰੂ ਦਾ ਜਸ ਗਾਇਆ, ਸ਼ਹੀਦਾਂ ਨੂੰ ਯਾਦ ਕੀਤਾ। ਕਿਸੇ ਨੇ ਲੰਗਰ ਲਾਏ ਨੇ, ਕਿਸੇ ਨੇ ਦੁੱਧ ਦੇ ਲੰਗਰ ਲਾਏ ਨੇ, ਕਿਸੇ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾ ਕੇ ਫਤਿਹਗੜ੍ਹ ਸਾਹਿਬ ਵਿੱਚ ਪਹੁੰਚੀਆਂ ਸੰਗਤਾਂ ਦੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸੇਵਾ ਵੀ ਕੀਤੀ ਹੈ ਤੇ ਸ਼ਹੀਦਾਂ ਨੂੰ ਯਾਦ ਵੀ ਕੀਤਾ ਤੇ ਆਪਣੇ ਬੱਚਿਆਂ ਨੂੰ, ਆਪਣੇ ਖਾਨਦਾਨ ਨੂੰ ਇਸ ਲਾਸਾਨੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦੀ ਕਾਨਫਰੰਸ ਕਰਕੇ ਕੌਮ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਾਇਆ। ਸਿੱਖ ਕੌਮ ਦੇ ਨਾਲ ਕੀ ਵਧੀਕੀਆਂ ਹੋਈਆਂ, ਸਾਡਾ ਦਰਬਾਰ ਸਾਹਿਬ ਢਾਹ ਦਿੱਤਾ, ਸਾਡੇ ਗਲਾਂ 'ਚ ਟਾਇਰ ਪਾ ਦਿੱਤੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕੀਤੀਆਂ ਗਈਆਂ, ਸਾਡੇ ਨੌਜਵਾਨਾਂ ਨੂੰ ਕੋਹ ਕੇ ਕਾਂਗਰਸ, ਬੀਜੇਪੀ, RSS, ਸੋਵੀਅਤ ਰੂਸ ਤੇ ਬਰਤਾਨੀਆ ਵੱਲੋਂ ਸ਼ਹੀਦ ਕੀਤਾ ਗਿਆ। ਜਥੇਦਾਰ ਕੌਂਕੇ ਨੂੰ ਵੀ ਸ਼ਹੀਦ ਕੀਤਾ ਗਿਆ। ਪਾਣੀ ਖੋਲੇ ਗਏ, ਕਿਰਪਾਨ ਦਾ ਹੱਕ ਖੋਹ ਲਿਆ ਗਿਆ। ਮੋਦੀ ਨੇ 60,000 ਕਿਸਾਨਾਂ ਦਾ ਗੁਜਰਾਤ ਦੇ ਵਿੱਚ ਉਜਾੜਾ ਕੀਤਾ। ਵੱਖ-ਵੱਖ ਕੌਮਾਂ ਦੇ ਨਾਲ ਧੱਕਾ ਹੋਇਆ, ਮੁਸਲਮਾਨ ਕੌਮ ਨਾਲ ਹੋਇਆ, ਈਸਾਈਆਂ ਦੇ ਨਾਲ ਧੱਕਾ ਹੋਇਆ, ਸਿੱਖ ਕੌਮ ਦੇ ਨਾਲ ਧੱਕਾ ਹੋਇਆ। ਇਸ ਧੱਕੇ ਦੇ ਖਿਲਾਫ ਨਾਗਾਲੈਂਡ ਵਾਲੇ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ ਤੇ ਤਾਮਿਲ ਵਾਲੇ ਲੋਕ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ। ਅਸਾਮ ਵਾਲੇ ਲੋਕ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ। ਰਾਜਸਥਾਨ ਦੇ ਵਿੱਚ ਰਾਜਪੂਤਾਨਾ ਆਪਣਾ ਵੱਖਰਾ ਘਰ ਮੰਗ ਰਹੇ ਨੇ। ਉਧਰ ਕੱਛ ਭੁਜ ਦੇ ਵਿੱਚ ਗੁਜਰਾਤ ਵਾਲੇ ਲੋਕ ਆਪਣਾ ਲਹਿਦਾ ਘਰ ਤੇ ਖਿੱਤਾ ਮੰਗ ਰਹੇ ਨੇ। ਸਿੱਖ ਕੌਮ ਜੋ ਆਪਣੇ ਰਾਜ ਭਾਗ ਦੀ ਮਾਲਕ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ, ਸਰਦਾਰ ਬਘੇਲ ਸਿੰਘ ਦੇ ਰੂਪ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਦੇਸ਼ ਸੀ, ਮੁਲਕ, ਉਹ ਵੀ ਲਗਾਤਾਰ ਮੰਗ ਰਹੇ ਨੇ। ਅੱਜ ਫੇਰ ਸਾਡੇ ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈ ਕਿ ਹਜੇ ਅਸੀਂ ਸ਼ਹੀਦਾਂ ਨੂੰ ਯਾਦ ਕਰਕੇ ਆਏ ਹਾਂ, ਉਧਰ ਅਸੀਂ ਬਗਰਾੜੀ ਦੇ ਵਿੱਚ 179ਵੇਂ ਦਿਨ ਵਿੱਚ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਕਰਾਉਣ ਵਾਲਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਨੂੰ, ਦੋ ਸਿੰਘਾਂ ਸ਼ਹੀਦ ਕਰਨ ਵਾਲਿਆਂ ਨੂੰ ਤੇ ਸਰਸੇ ਵਾਲੇ ਸਾਧ ਨੂੰ 95 ਲੱਖ ਦੇ ਇਸ਼ਤਿਹਾਰ ਦੇ ਕੇ ਬਿਨਾਂ ਮੰਗੀ ਮਾਫੀ ਬਾਦਲ ਦਲੀਆਂ ਵੱਲੋਂ, ਗਿਆਨੀ ਗੁਰਬਚਨ ਸਿੰਘ ਵੱਲੋਂ ਫਿਰ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਗੁਰੂ ਦੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਾਡੀ ਕੌਮ ਨੂੰ ਦੂਜੇ ਪਾਸੇ ਭੜਕਾ ਕੇ ਤੇ ਆਪ ਹੀ ਬੇਅਦਬੀ ਕੀਤੀ, ਆਪ ਹੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ। ਸਾਨੂੰ ਵੀ ਕੁੱਟਿਆ, ਸਿੱਖਾਂ ਨੂੰ ਕੁੱਟਿਆ, ਸਾਨੂੰ ਜੇਲ੍ਹਾਂ 'ਚ ਬੰਦ ਕੀਤਾ। ਹੁਣ ਝੂਠਾ ਪ੍ਰਚਾਰ ਕਰਕੇ ਆਪ ਹੀ ਬੇਅਦਬੀ ਕਰਨ ਵਾਲਿਆਂ ਦਾ ਅਖੌਤੀ ਜਿਹੜਾ ਉਹ ਲੰਬਰਦਾਰ ਬਣਿਆ ਬੈਠਾ ਹੈ, ਸਿੱਖ ਕੌਮ ਦੇ ਅੱਖਾਂ 'ਚ ਕੱਟਾ ਪਾ ਰਿਹਾ। ਹਜੇ ਇਹ ਗੱਲ ਸਾਡੇ ਵਿੱਚੋਂ ਮੁੱਕੀ ਨਹੀਂ, ਅਸੀਂ ਤਰਸ ਰਹੇ ਬੈਠੇ ਹਾਂ। ਹੁਣ ਵੀ ਅੱਜ ਵੀ ਬਗਰਾੜੀ ਬੈਠੇ ਹੋਏ ਹਾਂ। ਤੇ ਭਾਈ ਜਗਦੀਪ ਸਿੰਘ, ਜਗਮੀਤ ਸਿੰਘ ਜਿਹੜਾ ਇੱਕ ਯੋਧਾ ਨੌਜਵਾਨ ਹੈ, ਉਹਨਾਂ ਦੀ ਮਾਤਾ ਜਸਵੀਰ ਕੌਰ, ਸਰਦਾਰ ਰਵਿੰਦਰ ਸਿੰਘ, ਇਹ ਸਾਰੇ ਤਿੰਨ ਨੌਜਵਾਨ
ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸਾਡੇ ਨਾਲ ਸ਼ੰਭੂ ਬਾਰਡਰ ਤੇ ਕਿਸਾਨ ਮੋਰਚਾ ਸ਼ੰਭੂ ਲੱਗਿਆ ਸੀ, ਉਹਦੇ ਵਿੱਚ ਵੀ ਹਾਜ਼ਰੀ ਭਰਦੇ ਰਹੇ ਨੇ। ਜਿਹੜਾ ਦੀਪ ਸਿੱਧੂ ਨੇ ਮੋਰਚਾ ਲਾਇਆ ਸੀ ਉਹਦੇ ਵਿੱਚ ਵੀ ਹਾਜ਼ਰੀ ਭਰਦੇ ਰਹੇ ਨੇ, ਬਾਣੀ ਪੜ੍ਹਦੇ ਰਹੇ ਨੇ, ਦਿੱਲੀ ਵੀ ਗਏ ਨੇ। ਗੁਰੂ ਦੇ ਸਿੱਖ ਹੈ, ਇਮਾਨਦਾਰ ਹੈ, ਯੋਧੇ ਅਤੇ ਜਰਨੈਲ ਹੈ। ਉਹਨਾਂ ਦੇ ਉੱਤੇ ਜਿਹੜਾ ਨਜਾਇਜ਼ ਪਰਚਾ, ਕਹਿੰਦੇ ਜੀ ਖਾਲਿਸਤਾਨ ਦੀ ਇਹ ਸਮੱਗਰੀ ਤੇ ਖਾਲਸਾ ਦਾ ਪ੍ਰਚਾਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਰਦੇ ਰਹੇ ਸੀ, ਸਾਜ਼ਿਸ਼ ਬਣਾਈ ਹੈ, ਰੈਫਰੈਂਡਮ ਵਾਲਿਆਂ ਨਾਲ ਜੋੜ ਦਿੱਤਾ ਗਿਆ। ਇਸ ਕਰਕੇ ਯੋਧਾ ਤੇ ਜਰਨੈਲ ਸੀ। ਜਿਹੜੀ ਫਤਿਹਗੜ੍ਹ ਸਾਹਿਬ ਦੀ ਧਰਤੀ ਸੀ ਇਹ ਸ਼ਹੀਦਾਂ ਦੀ ਧਰਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪਹਿਲਾ ਬਾਦਸ਼ਾਹ ਆਇਆ, ਪਹਿਲਾ ਖਾਲਿਸਤਾਨੀ ਜਿਹੜਾ ਰਾਜ ਸਥਾਪਿਤ ਕੀਤਾ ਹੈ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਨੇ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਮੋਦੀ ਉਹੀ ਜ਼ਮੀਨਾਂ ਸਾਤੋਂ ਖੋਹਣ ਲੱਗਿਆ ਹੋਇਆ ਸੀਗਾ। ਤੇ ਫਿਰ ਸਾਰਿਆਂ ਨੂੰ ਬਰਾਬਰ ਉਹਨਾਂ ਨੇ ਰਾਈਟ ਦਿੱਤਾ, ਹੱਕ ਦਿੱਤਾ। ਮੁਸਲਮਾਨਾਂ, ਈਸਾਈਆਂ ਨੂੰ, ਜਿੰਨੇ ਵੀ ਅਸੀਂ ਬੇਘਰੇ ਲੋਕ ਸੀ, ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉੱਥੋਂ ਦਾ ਪਰਚਾ ਦਰਜ ਕਰਕੇ ਕਾਂਗਰਸ ਸਰਕਾਰ ਨੇ, ਚੰਨੀ ਸਰਕਾਰ ਨੇ ਇਹ ਜਿਹੜਾ ਗੈਰ ਕਾਨੂੰਨੀ ਕੰਮ ਕੀਤਾ ਹੈ, ਇਹਦੇ ਤੇ ਪਰਚਾ ਦਰਜ ਕਰਕੇ ਇਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਮਹੂਰੀ ਢੰਗ ਦੇ ਨਾਲ ਬਿਨਾਂ ਧਰਨਾ ਲਵਾਇਆ, ਬਿਨਾਂ ਮੁਜ਼ਾਹਰਾ ਕੀਤਿਆਂ ਆਪ 72 ਵਾਰੀ ਜੇਲ੍ਹ ਵਿੱਚ ਜਾ ਕੇ ਆਪਣੇ ਤੇ ਖਾਲਿਸਤਾਨ ਦਾ ਕੇਸ ਪਵਾ ਕੇ ਕਾਨੂੰਨੀ ਲੜਾਈ ਲੜੀ। ਹਾਈ ਕੋਰਟ ਤੋਂ ਵੀ ਕੇਸ ਜਿੱਤ ਲਿਆ ਤੇ ਸੁਪਰੀਮ ਕੋਰਟ ਤੋਂ ਵੀ ਕੇਸ ਜਿੱਤਿਆ। ਅਸੀਂ ਹੁਣ ਖਾਲਿਸਤਾਨ ਕਹਿ ਸਕਦੇ ਹਾਂ, ਮੰਗ ਸਕਦੇ ਹਾਂ, ਬੋਲ ਸਕਦੇ ਹਾਂ, ਪ੍ਰਚਾਰ ਕਰ ਸਕਦੇ ਹਾਂ। ਇੰਡੀਅਨ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੀ ਧਾਰਾ 14, 19, 21 ਕਹਿੰਦੀ ਹੈ ਕਿ ਅਸੀਂ ਸਾਰੇ ਬਰਾਬਰ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਵੀ ਉਹੀ ਹੱਕ ਹੈ ਤੇ ਆਮ ਨਾਗਰਿਕ ਦਾ ਵੀ ਇੱਕੋ ਹੀ ਹੱਕ ਹੈ। ਕਾਨੂੰਨ ਸਾਰਿਆਂ ਤੇ ਲਾਗੂ ਹੋਵੇਗਾ ਤੇ ਸਾਰੇ ਅਸੀਂ ਬਰਾਬਰ ਹੈ। ਤੇ ਦੂਜੇ ਪਾਸੇ ਸਾਨੂੰ ਕਾਨੂੰਨ ਹੱਕ ਦਿੰਦਾ ਫਰੀडम ਆਫ ਸਪੀਚ। ਅਸੀਂ ਫਰੀ ਬੋਲ ਸਕਦੇ ਹਾਂ, ਫਰੀ ਕਹਿ ਸਕਦੇ ਹਾਂ, ਫਰੀ ਲਿਖਤੀ ਲਿਟਰੇਚਰ ਵੰਡ ਸਕਦੇ ਹਾਂ, ਜਿਹਦੇ ਵਿੱਚ ਨਾ ਕਿਸੇ ਕੌਮ ਨੂੰ ਤੰਗ ਕੀਤਾ ਗਿਆ ਹੋਵੇ, ਨਾ ਉਹਦੇ ਵਿੱਚ ਕੋਈ ਲਾਠੀ ਹੋਵੇ, ਨਾ ਹਥਿਆਰ ਹੋਵੇ। ਇਸ ਕਰਕੇ ਚੰਨੀ ਸਰਕਾਰ ਨੇ ਬਨੂੜ ਥਾਣੇ ਦੇ ਵਿੱਚ ਪਰਚਾ ਦਰਜ ਕਰਕੇ ਮੋਦੀ ਦੇ ਇਸ਼ਾਰੇ ਤੇ ਆਪ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ। ਇਸ ਕਰਕੇ ਇਹ ਕੋਰਟ ਆਫ ਕੰਟੈਂਪਟ ਹੈ ਜਿਹੜੀ, ਇਹ ਜਿਹੜਾ SHO ਬਨੂੜ ਦਾ ਉਹਦੇ ਤੇ ਲੱਗਣੀ ਚਾਹੀਦੀ ਹੈ। ਕੋਰਟ ਆਫ ਕੰਟੈਂਪਟ ਜਿਹੜੀ ਹੈ ਇਹ ਜਿਹੜੇ IO ਨੇ ਇਹਦੇ ਤੇ ਪਰਚਾ ਦਰਜ ਕੀਤਾ ਹੈ, ਜਿਹੜੇ SSP ਦੇ ਇਸ਼ਾਰੇ ਤੇ ਹੋਇਆ, ਜਿਹਦੀ ਸਰਕਾਰ ਤੇ ਹੋਇਆ, ਇਹਨਾਂ ਤੇ ਇਹ ਪਰਚਾ ਦਰਜ ਹੋਣਾ ਚਾਹੀਦਾ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਦਾਰ ਅਮਾਨ ਸਿੰਘ ਮਾਨ ਅਸੀਂ ਸੀ, ਉੱਥੇ ਖਾਲਿਸਤਾਨ ਦੀ ਗੱਲ ਹੋਈ ਹੈ, ਉੱਥੇ ਬੀਬੀਆਂ ਵੀ ਖਾਲਿਸਤਾਨੀ ਕਹਿੰਦੀਆਂ ਰਹੀਆਂ, ਸਾਡੀ ਧੀਆਂ ਵੀ ਖਾਲਿਸਤਾਨ ਦੇ ਨਾਅਰੇ ਮਾਰਦੀਆਂ ਰਹੀਆਂ, ਅਸੀਂ ਵੀ ਖਾਲਿਸਤਾਨ ਕਹਿੰਦੇ ਰਹੇ ਹਾਂ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਖਾਲਿਸਤਾਨ ਮੰਗਦੇ ਰਹੇ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਸਾਡੇ ਨਾਲ ਖਾਲਿਸਤਾਨ ਦੇ ਜਿਹੜੇ ਇਹ ਮੰਗ ਕਰਦੇ ਰਹੇ, ਨਾਅਰੇ ਲੱਗਦੇ ਰਹੇ, ਜਕਾਰੇ ਛੁੱਟਦੇ ਆ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਕਹਿ ਦਿੰਦੇ ਸੀ ਤੇ ਨਾਲ ਦੀ ਨਾਲ ਉੱਥੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਉਹੀ ਚੱਲਦਾ ਸੀ। ਇਸ ਕਰਕੇ ਇਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਇਹ ਨਜਾਇਜ਼ ਪਰਚਾ ਦਰਜ ਹੋਇਆ। ਜਦੋਂ ਮੈਨੂੰ ਭਾਈ ਜਗਮੀਤ ਸਿੰਘ ਦਾ ਪਤਾ ਲੱਗਿਆ ਕਿ ਇਹਨੂੰ ਬਰੀਡ ਥਾਣੇ ਦੇ ਵਿੱਚ ਫੜ ਲਿਆ ਗਿਆ ਤੇ ਮੈਨੂੰ ਪ੍ਰਗਟ ਸਿੰਘ ਨੇ ਦੱਸਿਆ, ਲਾਡਵੰਜਾਰਾ ਜੀ ਨੇ ਮੈਨੂੰ ਦੱਸਿਆ ਤੇ ਮੈਨੂੰ ਸੌਂਟੀ ਸਾਹਿਬ ਨੇ ਵੀ ਦੱਸਿਆ। ਜਦੋਂ ਮੈਨੂੰ ਫੌਰਨ ਪਤਾ ਲੱਗਿਆ, ਉੱਥੇ ਮੈਂ ਜਗਜੀਤ ਸਿੰਘ ਜਿਹੜਾ ਰਾਜਪੁਰ ਹੈ, ਜਿਹੜਾ ਸਾਡਾ ਉੱਥੋਂ ਦਾ ਵਿਧਾਨ ਸਭਾ ਦਾ ਜਿਹੜਾ MLA ਹੈ, ਇਹਨੂੰ ਤੁਰੰਤ ਮੈਂ ਬਨੂੜ ਭੇਜਿਆ। ਬਨੂੜ ਥਾਣੇ 'ਚ ਗਿਆ, ਉੱਥੇ ਥਾਣੇਦਾਰਾਂ ਨੂੰ ਗੱਲਬਾਤ ਕਰਕੇ ਆ ਕੇ ਤੁਸੀਂ ਜ਼ਬਰ ਕੀਤਾ ਹੈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਦੀ ਨਿੰਦਿਆ ਤੇ ਨਿਖੇਧੀ ਕੀਤੀ ਹੈ। ਤੁਰੰਤ ਉਹਨਾਂ ਨੇ ਵੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ। ਉਦੋਂ ਇਹਨਾਂ ਨੇ FIR ਦਰਜ ਕਰ ਦਿੱਤੀ ਸੀ। ਨਾ ਇਹਨੂੰ ਕੋਈ ਰੁਕਾ ਭੇਜਿਆ, ਨਾ ਕੋਈ ਇਹਦੇ ਕੋਲੇ ਮੈਂਬਰ ਪੰਚਾਇਤ ਭੇਜਿਆ, ਨਾ ਇਹਦੀ ਗੱਲ ਸੁਣੀ ਗਈ, ਨਾ ਇਹਦੇ ਬਿਆਨ ਲਏ ਗਏ। ਧੱਕੇ ਨਾਲ ਪਰਚਾ ਦਰਜ ਕਰਕੇ ਸਿੱਖ ਕੌਮ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਇਹ ਦੱਸੋ
ਦੱਸੋ ਜਗਮੀਤ ਸਿੰਘ ਕੋਲੇ ਕਿਹੜਾ ਬੰਬ ਫੜਿਆ ਗਿਆ ਹੈ? ਜਗਮੀਤ ਸਿੰਘ ਕੋਲੇ ਕਿਹੜੀ ਸਾਲਟ ਫੜੀ ਗਈ ਹੈ? ਜਗਮੀਤ ਸਿੰਘ ਕੋਲੇ ਕਿਹੜੀ ਤਲਵਾਰ ਤੇ ਲਾਠੀ ਫੜੀ ਗਈ ਹੈ? ਜਦੋਂ ਕਿ ਤਲਵਾਰ ਤੇ ਕਿਰਪਾਨ, ਨੇਜਾ, ਬਰਛਾ ਅਸੀਂ ਆਪਣੇ ਹੱਕ ਦੇ ਮੁਤਾਬਕ ਰੱਖ ਸਕਦੇ ਹਾਂ। ਇਹ ਸਾਡਾ ਰਾਈਟ ਹੈ। ਉਹਦੇ ਕੋਲੇ ਫੜਿਆ ਵੀ ਕੀ ਗਿਆ ਹੈ? ਉਹਦੇ ਕੋਲ ਲਿਟਰੇਚਰ ਹੈ। ਲਿਟਰੇਚਰ ਅਸੀਂ ਵੰਡ ਸਕਦੇ ਹਾਂ। ਲਿਟਰੇਚਰ ਦਾ ਅਸੀਂ ਪ੍ਰਚਾਰ ਕਰ ਸਕਦੇ ਹਾਂ। ਅਸੀਂ ਪੋਸਟਰ ਲਾ ਸਕਦੇ ਹਾਂ। ਸੰਤਾਂ ਦੀ ਫੋਟੋ ਲਾ ਸਕਦੇ ਹਾਂ। ਅਸੀਂ ਖਾਲਿਸਤਾਨ ਲਿਖ ਸਕਦੇ ਹਾਂ। ਅਸੀਂ ਖਾਲਿਸਤਾਨ ਬੋਲ ਸਕਦੇ ਹਾਂ। ਇਹ ਫਿਰ ਕਿਉਂ ਕੀਤਾ ਗਿਆ? ਇਹ ਜਾਣਬੁੱਝ ਕੇ ਸਿੱਖ ਕੌਮ ਨਾਲ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਹਦੇ ਉੱਤੇ ਨੈਸ਼ਨਲ ਹਿਊਮਨ ਰਾਈਟਸ ਨੂੰ ਵੀ ਬੋਲਣਾ ਚਾਹੀਦਾ ਹੈ। ਮਿਨੋਰਿਟੀ ਜਿਹੜਾ ਕਮਿਸ਼ਨ ਹੈ ਉਹਨੂੰ ਵੀ ਬੋਲਣਾ ਚਾਹੀਦਾ ਹੈ। ਤੇ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਸੁਓ ਮੋਟੋ ਲੈਣਾ ਚਾਹੀਦਾ ਹੈ। ਤੇ ਵਕੀਲਾਂ ਨੂੰ ਵੀ ਜਿਹੜੇ ਮੇਰੇ ਹਿਊਮਨ ਰਾਈਟਸ ਦੀ ਰਾਖੀ ਕਰਦੇ ਆ ਉਹਨੂੰ ਤੁਰੰਤ ਨੋਟਿਸ ਲੈ ਕੇ ਇਹ ਪੁਲਿਸ ਨੂੰ ਇਹਦੇ ਕਟਹਿਰੇ ਦੇ ਵਿੱਚ ਠੱਲਣਾ ਚਾਹੀਦਾ ਹੈ। ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ। ਜੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਆ, ਵਕੀਲ ਵੀ ਦੇਵਾਂਗੇ, ਸਾਰਾ ਕੁਝ ਕਰਾਂਗੇ। ਜਿੰਨੀ ਕਰਨ ਉਹ ਸਾਥੋਂ ਮੰਗ ਕਰਨਗੇ। ਇਹ ਸਾਡਾ ਅਖਲਾਕੀ ਫਰਜ਼ ਹੈ। ਸਾਰੀ ਕੌਮ ਨੂੰ ਇਸ ਨੌਜਵਾਨ ਦੇ ਨਾਲ ਚਟਾਨ ਵਾਂਗ ਖੜਨਾ ਚਾਹੀਦਾ ਹੈ। ਇਸ ਕਰਕੇ ਇਹ ਜਿਹੜਾ ਗੈਰ ਕਾਨੂੰਨੀ ਵਰਤਾਰਾ ਹੋਇਆ ਇਸ ਨੂੰ ਰੱਦ ਕਰਦੇ ਹਾਂ। ਚੰਨੀ ਸਰਕਾਰ ਦੀ ਵੀ ਨਲਾਇਕੀ ਹੈ, ਕਾਂਗਰਸ ਸਰਕਾਰ ਦੀ ਨਲਾਇਕੀ ਹੈ, ਹੋਮ ਮਿਨਿਸਟਰ ਦੀ ਨਲਾਇਕੀ ਹੈ। ਇਸ ਕਰਕੇ ਉਹਨੂੰ ਪਤਾ ਨਹੀਂ ਉਹਦੀ ਸਰਕਾਰ ਥੱਲੇ ਕੀ ਕਰ ਰਹੀ ਹੈ। ਇਸ ਕਰਕੇ ਜੇ ਭਾਈ ਇਹ ਤਾਂ ਤੁਸੀਂ ਕਹਿੰਦੇ ਹੋ ਕਿ ਜਗਮੀਤ ਸਿੰਘ ਪ੍ਰਚਾਰ ਕਰਦਾ ਖਾਲਿਸਤਾਨ ਫੜ ਲਿਆ, ਤੁਸੀਂ ਇਹ ਪ੍ਰਚਾਰ ਕਰਦੇ ਕਿਉਂ ਨਹੀਂ ਫੜੇ? ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ, ਜਦੋਂ ਸ਼ਾਸਤ ਬਣਾਉਂਦੇ ਆ, ਜਦੋਂ ਮੀਟਿੰਗ ਕਰਦੇ ਆ, ਜਦੋਂ ਘਰ ਵਿੱਚ ਬੈਠ ਕੇ ਗੁਰੂ ਦੀ ਪਾਵਨ ਸਰੂਪਾਂ ਨੂੰ ਅੱਗ ਲਾਉਣ ਦੀ ਪਾਲਿਸੀ ਬਣਾਉਂਦੇ ਆ, ਗੁਰੂ ਸਾਹਿਬ ਨੂੰ ਅੰਗ ਰੋਲਣ ਦੀ ਪਾਲਿਸੀ ਬਣਾਉਂਦੇ ਆ, ਸਰਕਟ ਛੱਡ ਦਾ ਬਹਾਨਾ ਬਣਾ ਕੇ ਕਿਸ ਤਰੀਕੇ ਪੈਟਰੋਲ ਸਿੱਟ ਕੇ ਉੱਥੇ ਅੱਗ ਲਾਉਣੀ ਹੈ ਉਹ ਪਾਲਿਸੀ ਬਣਾਉਂਦੇ ਆ। ਕਿਸ ਤਰੀਕੇ ਕਿਹੜੀ ਗੱਡੀ ਤੇ ਜਾਂਦੇ, ਕਿੱਥੇ ਬੈਠਦੇ ਆ, ਉਦੋਂ ਤੁਹਾਡੀ ਆਈਬੀ ਕਿੱਥੇ ਜਾਂਦੀ ਹੈ, ਰੌ ਕਿੱਥੇ ਜਾਂਦੀ ਹੈ, ਸਟੇਟ ਇੰਟੈਲੀਜੈਂਸ ਕਿੱਥੇ ਜਾਂਦੀ ਹੈ, ਕਿੱਥੇ ਤੁਹਾਡੀ ਪੁਲਿਸ ਹੁੰਦੀ ਹੈ? ਉਦੋਂ ਤਾਂ ਖੁੰਝਾਂ 'ਚ ਵੜ ਜਾਂਦੀ ਹੈ ਸਾਰੀ ਹੈ। ਅਸੀਂ ਹੋ ਗਏ ਲਗਾਤਾਰ 6.25 ਸਾਲ ਹੋ ਗਏ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ ਤੇ ਹੋਈ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੋਈ ਹੈ। 95 ਲੱਖ ਦੇ ਇਸ਼ਤਿਹਾਰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਦੇ ਲਈ ਸਿੱਖ ਕੌਮ ਨੂੰ ਗੁਰਮਰਾਹ ਕਰਨ ਦੇ ਲਈ ਗੁਰੂ ਦੀ ਗੋਲਕ ਦਾ ਇਹਨਾਂ ਨੇ ਸਤਿਆਨਾਸ਼ ਕਰ ਦਿੱਤਾ ਹੈ। ਕੌਮ ਦੀਆਂ ਜੜ੍ਹਾਂ ਦੇ ਵਿੱਚ ਇਹਨਾਂ ਨੇ ਤੇਲ ਪਾ ਦਿੱਤਾ ਹੈ। ਸਾਡੇ ਨੌਜਵਾਨਾਂ ਨੂੰ ਜਦੋਂ ਮਰਜ਼ੀ ਫੜ ਲੈਂਦੇ ਆ, ਕਦੇ ਐਨਆਈ ਫੜ ਲੈਂਦੀ ਹੈ, ਕਦੇ ਸੀਆਈ ਸਟਾਫ ਅੰਦਰ ਲੈ ਜਾਂਦਾ ਹੈ। ਇਸ ਕਰਕੇ ਰਾਜ ਕਰਕੇ ਹੈ। ਇਹ ਜੇ ਰਾਜ ਤੁਹਾਡਾ ਹੁੰਦਾ ਤੇ ਜਗਮੀਤ ਸਿੰਘ ਤੇ ਉੱਤੇ ਪਰਚਾ ਨਹੀਂ ਪੈਣਾ ਸੀ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ, ਅਮਰੀਕਾ, ਕੈਨੇਡਾ, ਜਰਮਨ, ਫਰਾਂਸ ਨੂੰ, ਜੇ ਨੌਜਵਾਨੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਪੰਥ ਨੂੰ ਬਚਾਉਣਾ, ਗ੍ਰੰਥ ਨੂੰ ਬਚਾਉਣਾ, ਬੀਬੀਆਂ ਤੇ ਜ਼ਬਰ ਹੁੰਦਾ ਉਹਨੂੰ ਬਚਾਉਣਾ, ਪੰਜਾਬ ਦੇ ਸੋਮਿਆਂ ਨੂੰ ਬਚਾਉਣਾ, ਪੰਜਾਬ ਦੀ ਆਰਥਿਕਤਾ ਨੂੰ ਬਚਾਉਣਾ, ਪੰਥ ਨੂੰ ਬਚਾਉਣਾ, ਪੰਜਾਬ ਨੂੰ ਬਚਾਉਣਾ, ਪਾਣੀ ਨੂੰ ਬਚਾਉਣਾ, ਪੰਜਾਬੀ ਨੂੰ ਬਚਾਉਣਾ, ਪੜ੍ਹਾਈ ਨੂੰ ਬਚਾਉਣਾ, ਪੁੱਤ ਤੇ ਪੱਤ ਨੂੰ ਬਚਾਉਣਾ, ਤੇ ਸਾਡੇ ਨੌਜਵਾਨਾਂ ਤੇ ਥਾਣਿਆਂ ਤੇ ਜਿਹੜਾ ਜ਼ਬਰ ਹੁੰਦਾ ਹੈ ਉਹਨਾਂ ਨੂੰ ਬਚਾਉਣਾ ਹੈ। ਤੇ ਭਾਈ ਫਿਰ ਲੋਹੇ ਨੂੰ ਲੋਹਾ ਕੱਟਦਾ ਹੈ। ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪੰਜਾਬ ਦਾ ਵਾਰਸ ਬਣਾਓ। ਤੇ ਬਨੂੜ ਥਾਣਾ ਕੀ ਬਨੂੜ ਥਾਣੇ ਦਾ ਥਾਣੇਦਾਰ ਨਾ ਭੱਜਿਆ ਫਿਰਦੇ, ਐਸਐਸਪੀ ਨਾ ਭੱਜਿਆ ਫਿਰੇ, ਤੇ ਜਗਮੀਤ ਬਲ ਕਰੀ ਕੋਈ ਅੱਖ ਉੱਚੀ ਕਰਕੇ ਵੇਖ ਦਿੰਦਾ, ਪਰਚਾ ਤਾਂ ਕੀ ਪਾਉਣਾ ਸੀ। ਇਸ ਕਰਕੇ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਆ। ਉਹੀ ਥੈਲੇ ਦੀ ਚੱਟਾ ਵੱਟਾ ਹੈ। ਹੁਣ ਕੇਜਰੀਵਾਲ ਕਿਉਂ ਨਹੀਂ ਬੋਲਦਾ ਜਗਮੀਤ ਤੇ? ਕਾਂਗਰਸ ਤਾਂ ਪਾਇਆ ਕਿਉਂ ਨਹੀਂ ਬੋਲਦਾ? ਤੇ ਜਿਹੜੇ ਹਿਊਮਨ ਰਾਈਟਸ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ? ਇਸ ਕਰਕੇ ਸਾਰੇ ਇੱਕੋ ਥਾਂ ਤੇ ਰਲੇ ਹੋਏ ਆ। ਸਾਡੀ ਨੌਜਵਾਨੀ ਨੂੰ ਕਦੇ ਨਸ਼ੇ 'ਚ ਖਤਮ ਕਰਨਾ ਚਾਹੁੰਦੇ ਆ, ਕਦੇ ਝੂਠੇ ਪੁਲਿਸ ਮੁਕਾਬਲੇ ਨਹੀਂ ਖਤਮ ਕਰਨਾ ਚਾਹੁੰਦੇ ਆ, ਥਾਣਿਆਂ 'ਚ ਭੇਜ ਕੇ ਜ਼ਬਰ ਤਸ਼ੱਦਦ ਕਰਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ। ਸਾਡੀ ਰੀੜ੍ਹ ਦੀ ਹੱਡੀ ਜਿਹੜਾ ਸਮਾਜ ਹੈ ਉਹਨੂੰ ਖਤਮ ਕਰਨ ਦੀ ਪਾਲਿਸੀ ਹੈ। ਇਸ ਕਰਕੇ ਆਪਾਂ ਰਾਜ ਬਾਦਸ਼ਾਹੀ ਲਈਏ। ਇਸ ਕਰਕੇ ਜਗਮੀਤ ਸਿੰਘ ਦੀ ਗ੍ਰਿਫਤਾਰੀ ਨੂੰ ਅਸੀਂ ਨਿੰਦਿਆ ਕਰਦਾ। ਤੁਰੰਤ ਇਹਦਾ ਪਰਚਾ ਰੱਦ ਹੋਣਾ ਚਾਹੀਦਾ ਤੇ ਇਹਨੂੰ ਜੇਲ੍ਹ ਚੋਂ, ਇਹਨੂੰ ਥਾਣੇ ਚੋਂ ਤੇ ਜੇਲ੍ਹ ਚੋਂ ਕਢਾ ਕੇ ਆਪਾਂ ਪੰਥ ਦੇ ਵਿੱਚ ਵਾਪਸ ਲੈ ਜਾਈਏ। ਅਸੀਂ ਜਿੰਨੇ ਗੁਲਾਮ ਹਸਤੀ ਦੇ ਬੰਦੇ ਆ, ਜਿੰਨੇ ਸਾਡੇ ਵਿੱਚ ਤਾਕਤ ਹੈ, ਉਨੀ ਜਦੋਜਹਿਦ ਕਰਕੇ ਜਗਮੀਤ ਸਿੰਘ ਦੇ ਨਾਲ ਚਟਾਨਵਾਂ ਖੜੇ ਆ, ਸਾਡੀ ਮਾਂ ਦੇ ਨਾਲ ਖੜੇ। ਇੱਕ ਪਾਸੇ ਤਾਂ ਚੰਨੀ ਸਰਕਾਰ ਕਹਿੰਦੀ ਆ ਬੀਬੀਆਂ ਦਾ ਥਾਣੇ ਸਤਿਕਾਰ ਹੋਊਗਾ,
ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦਾ ਸੀ ਮੇਰੇ ਰਾਜ ਦੇ ਵਿੱਚ ਹੀ ਸਤਿਕਾਰ ਹੋਊਗਾ। ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਸਰਪੰਚ ਨੇ ਗਿੱਦੜ ਵਿੱਚ ਬੀਬੀ ਦੇ ਥੱਪੜ ਮਾਰਤਾ, ਬੀਬੀਆਂ ਨੂੰ ਥਾਣਿਆਂ 'ਚ ਰੋਲਤਾ। ਹੁਣ ਚੰਨੀ ਸਰਕਾਰ ਵੀ ਸਾਡੀਆਂ ਬੀਬੀਆਂ ਨੂੰ ਫੜ ਕੇ ਥਾਣਿਆਂ 'ਚ ਰੋਲ ਰਹੀ ਹੈ ਤੇ ਨਜਾਇਜ਼ ਜਿਹੜੇ ਕੇਸ ਪਾ ਰਹੇ ਹੈ, ਜਦੋਂ ਕਿ ਖਾਲਿਸਤਾਨ ਦਾ ਕੋਈ ਕੇਸ ਨਹੀਂ ਬਣਦਾ, ਖਾਲਿਸਤਾਨ ਮੰਗਣ ਦਾ ਕੇਸ ਨਹੀਂ ਬਣਦਾ। ਇਸ ਕਰਕੇ ਖਾਲਿਸਤਾਨ ਅਸੀਂ ਚਾਹੁੰਦੇ ਆ, ਮੰਗਦੇ ਰਵਾਂਗੇ ਤੇ ਖਾਲਿਸਤਾਨ ਇੱਕ ਦਿਨ ਬਣ ਕੇ ਰਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਦੀ ਲਾਸਾਨੀ ਕੁਰਬਾਨੀ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾ ਕੇ ਆਏ हैं। ਸਿੱਖਾਂ ਨੇ ਐਡੀ ਵੱਡੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਕਈਆਂ ਨੇ ਆਪਣੇ ਥੱਲੇ ਪੈ ਕੇ, ਭੁੰਜੇ ਪੈ ਕੇ ਮੰਜੇ ਤੋਂ ਬਗੈਰ ਗੁਜ਼ਾਰਿਆ। ਗੁਰੂ ਦਾ ਜਸ ਗਾਇਆ, ਸ਼ਹੀਦਾਂ ਨੂੰ ਯਾਦ ਕੀਤਾ। ਕਿਸੇ ਨੇ ਲੰਗਰ ਲਾਏ ਨੇ, ਕਿਸੇ ਨੇ ਦੁੱਧ ਦੇ ਲੰਗਰ ਲਾਏ ਨੇ, ਕਿਸੇ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾ ਕੇ ਫਤਿਹਗੜ੍ਹ ਸਾਹਿਬ ਵਿੱਚ ਪਹੁੰਚੀਆਂ ਸੰਗਤਾਂ ਦੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸੇਵਾ ਵੀ ਕੀਤੀ ਹੈ ਤੇ ਸ਼ਹੀਦਾਂ ਨੂੰ ਯਾਦ ਵੀ ਕੀਤਾ ਤੇ ਆਪਣੇ ਬੱਚਿਆਂ ਨੂੰ, ਆਪਣੇ ਖਾਨਦਾਨ ਨੂੰ ਇਸ ਲਾਸਾਨੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦੀ ਕਾਨਫਰੰਸ ਕਰਕੇ ਕੌਮ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਾਇਆ ਹੈ। ਸਿੱਖ ਕੌਮ ਦੇ ਨਾਲ ਕੀ ਵਧੀਕੀਆਂ ਹੋਈਆਂ, ਸਾਡਾ ਦਰਬਾਰ ਸਾਹਿਬ ਢਾਹ ਦਿੱਤਾ, ਸਾਡੇ ਗਲਾਂ 'ਚ ਟਾਇਰ ਪਾ ਦਿੱਤੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ ਗਈਆਂ, ਸਾਡੇ ਨੌਜਵਾਨਾਂ ਨੂੰ ਕੋਹ ਕੇ ਕਾਂਗਰਸ, ਬੀਜੇਪੀ, ਆਰਐਸਐਸ, ਸੋਵੀਅਤ ਰੂਸ ਤੇ ਬਰਤਾਨੀਆ ਵੱਲੋਂ ਸ਼ਹੀਦ ਕੀਤਾ ਗਿਆ। ਜਥੇਦਾਰ ਕੌਂਕੇ ਨੂੰ ਵੀ ਸ਼ਹੀਦ ਕੀਤਾ ਗਿਆ। ਪਾਣੀ ਖੋਲੇ ਗਏ, ਕਿਰਪਾਨ ਦਾ ਹੱਕ ਖੋਹ ਲਿਆ ਗਿਆ। ਮੋਦੀ ਨੇ 60,000 ਕਿਸਾਨਾਂ ਦਾ ਗੁਜਰਾਤ ਦੇ ਵਿੱਚ ਉਜਾੜਾ ਕੀਤਾ। ਵੱਖ-ਵੱਖ ਕੌਮਾਂ ਦੇ ਨਾਲ ਧੱਕਾ ਹੋਇਆ, ਮੁਸਲਮਾਨ ਕੌਮ ਨਾਲ ਹੋਇਆ, ਈਸਾਈਆਂ ਦੇ ਨਾਲ ਧੱਕਾ ਹੋਇਆ, ਸਿੱਖ ਕੌਮ ਦੇ ਨਾਲ ਧੱਕਾ ਹੋਇਆ। ਇਸ ਧੱਕੇ ਦੇ ਖਿਲਾਫ ਨਾਗਾਲੈਂਡ ਵਾਲੇ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ ਤੇ ਤਾਮਿਲ ਵਾਲੇ ਲੋਕ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ। ਅਸਾਮ ਵਾਲੇ ਲੋਕ ਆਪਣਾ ਮੁਲਕ ਲਹਿਦਾ ਮੰਗ ਰਹੇ ਨੇ। ਰਾਜਸਥਾਨ ਦੇ ਵਿੱਚ ਰਾਜਪੂਤਾਨਾ ਆਪਣਾ ਵੱਖਰਾ ਘਰ ਮੰਗ ਰਹੇ ਨੇ। ਉਧਰ ਕੱਛ ਭੁਜ ਦੇ ਵਿੱਚ ਗੁਜਰਾਤ ਵਾਲੇ ਲੋਕ ਆਪਣਾ ਲਹਿਦਾ ਘਰ ਤੇ ਖਿੱਤਾ ਮੰਗ ਰਹੇ ਨੇ। ਸਿੱਖ ਕੌਮ ਜੋ ਆਪਣੇ ਰਾਜ ਭਾਗ ਦੀ ਮਾਲਕ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ, ਸਰਦਾਰ ਬਘੇਲ ਸਿੰਘ ਦੇ ਰੂਪ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਦੇਸ਼ ਸੀ, ਮੁਲਕ, ਉਹ ਵੀ ਲਗਾਤਾਰ ਮੰਗ ਰਹੇ ਨੇ। ਅੱਜ ਫੇਰ ਸਾਡੇ ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈ ਕਿ ਹਜੇ ਅਸੀਂ ਸ਼ਹੀਦਾਂ ਨੂੰ ਯਾਦ ਕਰਕੇ ਆਏ ਹਾਂ, ਉਧਰ ਅਸੀਂ ਬਗਰਾੜੀ ਦੇ ਵਿੱਚ 179ਵੇਂ ਦਿਨ ਵਿੱਚ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਕਰਾਉਣ ਵਾਲਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਨੂੰ, ਦੋ ਸਿੰਘਾਂ ਸ਼ਹੀਦ ਕਰਨ ਵਾਲਿਆਂ ਨੂੰ ਤੇ ਸਰਸੇ ਵਾਲੇ ਸਾਧ ਨੂੰ 95 ਲੱਖ ਦੇ ਇਸ਼ਤਿਹਾਰ ਦੇ ਕੇ ਬਿਨਾਂ ਮੰਗੀ ਮਾਫੀ ਬਾਦਲ ਦਲੀਆਂ ਵੱਲੋਂ, ਗਿਆਨੀ ਗੁਰਬਚਨ ਸਿੰਘ ਵੱਲੋਂ ਫਿਰ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਗੁਰੂ ਦੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਾਡੀ ਕੌਮ ਨੂੰ ਦੂਜੇ ਪਾਸੇ ਭੜਕਾ ਕੇ ਤੇ ਆਪ ਹੀ ਬੇਅਦਬੀ ਕੀਤੀ, ਆਪ ਹੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ।
ਸਾਨੂੰ ਵੀ ਕੁੱਟਿਆ, ਸਿੱਖਾਂ ਨੂੰ ਕੁੱਟਿਆ, ਸਾਨੂੰ ਜੇਲ੍ਹਾਂ 'ਚ ਬੰਦ ਕੀਤਾ। ਹੁਣ ਝੂਠਾ ਪ੍ਰਚਾਰ ਕਰਕੇ ਆਪ ਹੀ ਬੇਅਦਬੀ ਕਰਨ ਵਾਲਿਆਂ ਦਾ ਅਖੌਤੀ ਜਿਹੜਾ ਉਹ ਲੰਬਰਦਾਰ ਬਣਿਆ ਬੈਠਾ ਹੈ, ਸਿੱਖ ਕੌਮ ਦੇ ਅੱਖਾਂ 'ਚ ਕੱਟਾ ਪਾ ਰਿਹਾ। ਹਜੇ ਇਹ ਗੱਲ ਸਾਡੇ ਵਿੱਚੋਂ ਮੁੱਕੀ ਨਹੀਂ, ਅਸੀਂ ਤਰਸ ਰਹੇ ਬੈਠੇ ਹਾਂ, ਹੁਣ ਵੀ ਅੱਜ ਵੀ ਬਗਰਾੜੀ ਬੈਠੇ ਹੋਏ ਹਾਂ। ਤੇ ਭਾਈ ਜਗਮੀਤ ਸਿੰਘ ਜਿਹੜਾ ਇੱਕ ਯੋਧਾ ਨੌਜਵਾਨ ਹੈ, ਉਹਨਾਂ ਦੀ ਮਾਤਾ ਜਸਵੀਰ ਕੌਰ, ਸਰਦਾਰ ਰਵਿੰਦਰ ਸਿੰਘ, ਇਹ ਸਾਰੇ ਤਿੰਨ ਨੌਜਵਾਨ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸਾਡੇ ਨਾਲ ਸ਼ੰਭੂ ਬਾਰਡਰ ਤੇ ਕਿਸਾਨ ਮੋਰਚਾ ਸ਼ੰਭੂ ਲੱਗਿਆ ਸੀ, ਉਹਦੇ ਵਿੱਚ ਵੀ ਹਾਜ਼ਰੀ ਭਰਦੇ ਰਹੇ ਨੇ। ਜਿਹੜਾ ਦੀਪ ਸਿੱਧੂ ਨੇ ਮੋਰਚਾ ਲਾਇਆ ਸੀ, ਉਹਦੇ ਵਿੱਚ ਵੀ ਹਾਜ਼ਰੀ ਭਰਦੇ ਰਹੇ ਨੇ, ਬਾਣੀ ਪੜ੍ਹਦੇ ਰਹੇ ਨੇ, ਦਿੱਲੀ ਵੀ ਗਏ ਨੇ। ਗੁਰੂ ਦੇ ਸਿੱਖ ਹੈ, ਇਮਾਨਦਾਰ ਹੈ, ਯੋਧੇ ਅਤੇ ਜਰਨੈਲ ਹੈ। ਉਹਨਾਂ ਦੇ ਉੱਤੇ ਜਿਹੜਾ ਨਜਾਇਜ਼ ਪਰਚਾ, ਕਹਿੰਦੇ ਜੀ ਖਾਲਿਸਤਾਨ ਦੀ ਇਹ ਸਮੱਗਰੀ ਤੇ ਖਾਲਸਾ ਦਾ ਪ੍ਰਚਾਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਰਦੇ ਰਹੇ ਸੀ, ਸਾਜ਼ਿਸ਼ ਬਣਾਈ ਹੈ, ਰੈਫਰੈਂਡਮ ਵਾਲਿਆਂ ਨਾਲ ਜੋੜ ਦਿੱਤਾ ਗਿਆ। ਇਸ ਕਰਕੇ ਯੋਧਾ ਤੇ ਜਰਨੈਲ ਸੀ। ਜਿਹੜੀ ਫਤਿਹਗੜ੍ਹ ਸਾਹਿਬ ਦੀ ਧਰਤੀ ਸੀ, ਇਹ ਸ਼ਹੀਦਾਂ ਦੀ ਧਰਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪਹਿਲਾ ਬਾਦਸ਼ਾਹ ਹੋਇਆ, ਪਹਿਲਾ ਖਾਲਿਸਤਾਨੀ ਜਿਹੜਾ ਰਾਜ ਸਥਾਪਿਤ ਕੀਤਾ ਹੈ, ਬਾਬਾ ਸਿੰਘ ਬੰਦਾ ਸਿੰਘ ਬਹਾਦਰ ਨੇ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਤੇ ਮੋਦੀ ਉਹੀ ਜ਼ਮੀਨਾਂ ਸਾਤੋਂ ਖੋਹਣ ਲੱਗਿਆ ਹੋਇਆ ਸੀਗਾ। ਤੇ ਫਿਰ ਸਾਰਿਆਂ ਨੂੰ ਬਰਾਬਰ ਉਹਨਾਂ ਨੇ ਰਾਈਟ ਦਿੱਤਾ, ਹੱਕ ਦਿੱਤਾ। ਮੁਸਲਮਾਨਾਂ, ਈਸਾਈਆਂ ਨੂੰ, ਜਿੰਨੇ ਵੀ ਅਸੀਂ ਬੇਘਰੇ ਲੋਕ ਸੀ, ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉੱਥੋਂ ਦਾ ਪਰਚਾ ਦਰਜ ਕਰਕੇ ਕਾਂਗਰਸ ਸਰਕਾਰ ਨੇ, ਚੰਨੀ ਸਰਕਾਰ ਨੇ ਇਹ ਜਿਹੜਾ ਗੈਰ ਕਾਨੂੰਨੀ ਕੰਮ ਕੀਤਾ ਹੈ, ਇਹਦੇ ਤੇ ਪਰਚਾ ਦਰਜ ਕਰਕੇ ਇਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਮਹੂਰੀ ਢੰਗ ਦੇ ਨਾਲ ਬਿਨਾਂ ਧਰਨਾ ਲਵਾਇਆ, ਬਿਨਾਂ ਮੁਜ਼ਾਹਰਾ ਕੀਤਿਆਂ ਆਪ 72 ਵਾਰੀ ਜੇਲ੍ਹ ਵਿੱਚ ਜਾ ਕੇ ਆਪਣੇ ਤੇ ਖਾਲਿਸਤਾਨ ਦਾ ਕੇਸ ਪਵਾ ਕੇ ਕਾਨੂੰਨੀ ਲੜਾਈ ਲੜੀ। ਹਾਈ ਕੋਰਟ ਤੋਂ ਵੀ ਕੇਸ ਜਿੱਤ ਲਿਆ ਤੇ ਸੁਪਰੀਮ ਕੋਰਟ ਤੋਂ ਵੀ ਕੇਸ ਜਿੱਤਿਆ। ਅਸੀਂ ਹੁਣ ਖਾਲਿਸਤਾਨ ਕਹਿ ਸਕਦੇ ਹਾਂ, ਮੰਗ ਸਕਦੇ ਹਾਂ, ਬੋਲ ਸਕਦੇ ਹਾਂ, ਪ੍ਰਚਾਰ ਕਰ ਸਕਦੇ ਹਾਂ। ਇੰਡੀਅਨ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੀ ਧਾਰਾ 14, 19, 21 ਕਹਿੰਦੀ ਹੈ ਕਿ ਅਸੀਂ ਸਾਰੇ ਬਰਾਬਰ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਵੀ ਉਹੀ ਹੱਕ ਹੈ ਤੇ ਆਮ ਨਾਗਰਿਕ ਦਾ ਵੀ ਇੱਕੋ ਹੀ ਹੱਕ ਹੈ। ਕਾਨੂੰਨ ਸਾਰਿਆਂ ਤੇ ਲਾਗੂ ਹੋਵੇਗਾ ਤੇ ਸਾਰੇ ਅਸੀਂ ਬਰਾਬਰ ਹੈ। ਤੇ ਦੂਜੇ ਪਾਸੇ ਸਾਨੂੰ ਕਾਨੂੰਨ ਹੱਕ ਦਿੰਦਾ ਫਰੀडम ਆਫ ਸਪੀਚ। ਅਸੀਂ ਫਰੀ ਬੋਲ ਸਕਦੇ ਹਾਂ, ਫਰੀ ਕਹਿ ਸਕਦੇ ਹਾਂ, ਫਰੀ ਲਿਖਤੀ ਲਿਟਰੇਚਰ ਵੰਡ ਸਕਦੇ ਹਾਂ, ਜਿਹਦੇ ਵਿੱਚ ਨਾ ਕਿਸੇ ਕੌਮ ਨੂੰ ਤੰਗ ਕੀਤਾ ਗਿਆ ਹੋਵੇ, ਨਾ ਉਹਦੇ ਵਿੱਚ ਕੋਈ ਲਾਠੀ ਹੋਵੇ, ਨਾ ਹਥਿਆਰ ਹੋਵੇ। ਇਸ ਕਰਕੇ ਚੰਨੀ ਸਰਕਾਰ ਨੇ ਬਨੂੜ ਥਾਣੇ ਦੇ ਵਿੱਚ ਪਰਚਾ ਦਰਜ ਕਰਕੇ ਮੋਦੀ ਦੇ ਇਸ਼ਾਰੇ ਤੇ ਆਪ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ। ਇਸ ਕਰਕੇ ਇਹ ਕੋਰਟ ਆਫ ਕੰਟੈਂਪਟ ਹੈ ਜਿਹੜੀ, ਇਹ ਜਿਹੜਾ SHO ਬਨੂੜ ਦਾ ਉਹਦੇ ਤੇ ਲੱਗਣੀ ਚਾਹੀਦੀ ਹੈ। ਕੋਰਟ ਆਫ ਕੰਟੈਂਪਟ ਜਿਹੜੀ ਹੈ, ਇਹ ਜਿਹੜੇ IO ਨੇ ਇਹਦੇ ਤੇ ਪਰਚਾ ਦਰਜ ਕੀਤਾ ਹੈ, ਜਿਹੜੇ SSP ਦੇ ਇਸ਼ਾਰੇ ਤੇ ਹੋਇਆ, ਜਿਹਦੀ ਸਰਕਾਰ ਤੇ ਹੋਇਆ, ਇਹਨਾਂ ਤੇ ਇਹ ਪਰਚਾ ਦਰਜ ਹੋਣਾ ਚਾਹੀਦਾ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਦਾਰ ਅਮਾਨ ਸਿੰਘ ਮਾਨਸੀ ਸੀ, ਉੱਥੇ ਖਾਲਿਸਤਾਨ ਦੀ ਗੱਲ ਹੋਈ ਹੈ, ਉੱਥੇ ਬੀਬੀਆਂ ਵੀ ਖਾਲਿਸਤਾਨੀ ਕਹਿੰਦੀਆਂ ਰਹੀਆਂ, ਸਾਡੀ ਧੀਆਂ ਵੀ ਖਾਲਿਸਤਾਨ ਦੇ ਨਾਅਰੇ ਮਾਰਦੀਆਂ ਰਹੀਆਂ, ਅਸੀਂ ਵੀ ਖਾਲਿਸਤਾਨ ਕਹਿੰਦੇ ਰਹੇ ਹਾਂ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਖਾਲਿਸਤਾਨ ਮੰਗਦੇ ਰਹੇ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸੀ, ਉਹ ਵੀ ਸਾਡੇ ਨਾਲ ਖਾਲਿਸਤਾਨ ਦੇ ਜਿਹੜੇ ਇਹ ਮੰਗ ਕਰਦੇ ਰਹੇ, ਨਾਅਰੇ ਲੱਗਦੇ ਰਹੇ, ਜਕਾਰੇ ਛੁੱਟਦੇ ਆ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਕਹਿ ਦਿੰਦੇ ਸੀ ਤੇ ਨਾਲ ਦੀ ਨਾਲ ਉੱਥੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਉਹੀ ਚੱਲਦਾ ਸੀ। ਇਸ ਕਰਕੇ ਇਹਦੇ ਤੇ ਜਿਹੜਾ ਪਰਚਾ ਦਰਜ ਹੋਇਆ, ਇਹ ਨਜਾਇਜ਼ ਪਰਚਾ ਦਰਜ ਹੋਇਆ। ਜਦੋਂ ਮੈਨੂੰ ਭਾਈ ਜਗਮੀਤ ਸਿੰਘ ਦਾ ਪਤਾ ਲੱਗਿਆ ਕਿ ਇਹਨੂੰ ਬਰੀਡ ਥਾਣੇ ਦੇ ਵਿੱਚ ਫੜ ਲਿਆ ਗਿਆ ਤੇ ਮੈਨੂੰ ਪ੍ਰਗਟ ਸਿੰਘ ਨੇ ਦੱਸਿਆ, ਲਾੜਵੰਜਾਰਾ ਜੀ ਨੇ ਮੈਨੂੰ ਦੱਸਿਆ ਤੇ ਮੈਨੂੰ ਸੌਂਟੀ ਸਾਹਿਬ ਨੇ ਵੀ ਦੱਸਿਆ। ਜਦੋਂ ਮੈਨੂੰ ਫੌਰਨ ਪਤਾ ਲੱਗਿਆ, ਉੱਥੇ ਮੈਂ ਜਗਜੀਤ ਸਿੰਘ ਜਿਹੜਾ ਰਾਜਪੁਰਾ ਹੈ,
ਜਿਹੜਾ ਸਾਡਾ ਉੱਥੋਂ ਦਾ ਵਿਧਾਨ ਸਭਾ ਦਾ ਜਿਹੜਾ MLA ਹੈ ਇਹਨੂੰ ਤੁਰੰਤ ਮੈਂ ਬਨੂੜ ਭੇਜਿਆ। ਬਨੂੜ ਥਾਣੇ 'ਚ ਗਿਆ, ਉੱਥੇ ਥਾਣੇਦਾਰਾਂ ਨੂੰ ਗੱਲਬਾਤ ਕਰਕੇ ਆ ਕਿ ਤੁਸੀਂ ਜ਼ਬਰ ਕੀਤਾ ਹੈ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਦੀ ਨਿੰਦਿਆ ਤੇ ਨਿਖੇਧੀ ਕੀਤੀ ਹੈ। ਤੁਰੰਤ ਉਹਨਾਂ ਨੇ ਵੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ। ਉਦੋਂ ਇਹਨਾਂ ਨੇ FIR ਦਰਜ ਕਰ ਦਿੱਤੀ ਸੀ। ਨਾ ਇਹਨੂੰ ਕੋਈ ਰੁਕਾ ਭੇਜਿਆ, ਨਾ ਕੋਈ ਇਹਦੇ ਕੋਲੇ ਮੈਂਬਰ ਪੰਚਾਇਤ ਭੇਜਿਆ, ਨਾ ਇਹਦੀ ਗੱਲ ਸੁਣੀ ਗਈ, ਨਾ ਇਹਦੇ ਬਿਆਨ ਲਏ ਗਏ। ਧੱਕੇ ਨਾਲ ਪਰਚਾ ਦਰਜ ਕਰਕੇ ਸਿੱਖ ਕੌਮ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਇਹ ਦੱਸੋ ਜਗਮੀਤ ਸਿੰਘ ਕੋਲੇ ਕਿਹੜਾ ਬੰਬ ਫੜਿਆ ਗਿਆ ਹੈ? ਜਗਮੀਤ ਸਿੰਘ ਕੋਲੇ ਕਿਹੜੀ ਸਾਲਟ ਫੜੀ ਗਈ ਹੈ? ਜਗਮੀਤ ਸਿੰਘ ਕੋਲੇ ਕਿਹੜੀ ਤਲਵਾਰ ਤੇ ਲਾਠੀ ਫੜੀ ਗਈ ਹੈ? ਜਦੋਂ ਕਿ ਤਲਵਾਰ ਤੇ ਕਿਰਪਾਨ, ਨੇਜਾ, ਬਰਛਾ ਅਸੀਂ ਆਪਣੇ ਹੱਕ ਦੇ ਮੁਤਾਬਕ ਰੱਖ ਸਕਦੇ ਹਾਂ। ਇਹ ਸਾਡਾ ਰਾਈਟ ਹੈ। ਉਹਦੇ ਕੋਲ ਫੜਿਆ ਵੀ ਕੀ ਗਿਆ ਹੈ? ਉਹਦੇ ਕੋਲ ਲਿਟਰੇਚਰ ਹੈ। ਲਿਟਰੇਚਰ ਅਸੀਂ ਵੰਡ ਸਕਦੇ ਹਾਂ, ਲਿਟਰੇਚਰ ਦਾ ਅਸੀਂ ਪ੍ਰਚਾਰ ਕਰ ਸਕਦੇ ਹਾਂ, ਅਸੀਂ ਪੋਸਟਰ ਲਾ ਸਕਦੇ ਹਾਂ, ਸੰਤਾਂ ਦੀ ਫੋਟੋ ਲਾ ਸਕਦੇ ਹਾਂ, ਅਸੀਂ ਖਾਲਿਸਤਾਨ ਲਿਖ ਸਕਦੇ ਹਾਂ, ਅਸੀਂ ਖਾਲਿਸਤਾਨ ਬੋਲ ਸਕਦੇ ਹਾਂ। ਇਹ ਫਿਰ ਕਿਉਂ ਕੀਤਾ ਗਿਆ? ਇਹ ਜਾਣਬੁੱਝ ਕੇ ਸਿੱਖ ਕੌਮ ਨਾਲ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਹਦੇ ਉੱਤੇ ਨੈਸ਼ਨਲ ਹਿਊਮਨ ਰਾਈਟਸ ਨੂੰ ਵੀ ਬੋਲਣਾ ਚਾਹੀਦਾ ਹੈ, ਮਿਨੋਰਿਟੀ ਜਿਹੜਾ ਕਮਿਸ਼ਨ ਹੈ ਉਹਨੂੰ ਵੀ ਬੋਲਣਾ ਚਾਹੀਦਾ ਹੈ, ਤੇ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਸੁਓ ਮੋਟੋ ਲੈਣਾ ਚਾਹੀਦਾ ਹੈ, ਤੇ ਵਕੀਲਾਂ ਨੂੰ ਵੀ ਜਿਹੜੇ ਮੇਰੇ ਹਿਊਮਨ ਰਾਈਟਸ ਦੀ ਰਾਖੀ ਕਰਦੇ ਆ ਉਹਨੂੰ ਤੁਰੰਤ ਨੋਟਿਸ ਲੈ ਕੇ ਇਹ ਪੁਲਿਸ ਨੂੰ ਇਹਦੇ ਕਟਹਿਰੇ ਦੇ ਵਿੱਚ ਠੱਲਣਾ ਚਾਹੀਦਾ ਹੈ। ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ। ਜੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਆ, ਵਕੀਲ ਵੀ ਦੇਵਾਂਗੇ, ਸਾਰਾ ਕੁਝ ਕਰਾਂਗੇ, ਜਿੰਨੀ ਕਰ ਉਹ ਸਾਥੋਂ ਮੰਗ ਕਰਨਗੇ। ਇਹ ਸਾਡਾ ਅਖਲਾਕੀ ਫਰਜ਼ ਹੈ। ਸਾਰੀ ਕੌਮ ਨੂੰ ਇਸ ਨੌਜਵਾਨ ਦੇ ਨਾਲ ਚਟਾਨ ਵਾਂਗ ਖੜਨਾ ਚਾਹੀਦਾ ਹੈ। ਇਸ ਕਰਕੇ ਇਹ ਜਿਹੜਾ ਗੈਰ ਕਾਨੂੰਨੀ ਵਰਤਾਰਾ ਹੋਇਆ ਇਸ ਨੂੰ ਰੱਦ ਕਰਦੇ ਹਾਂ। ਚੰਨੀ ਸਰਕਾਰ ਦੀ ਵੀ ਨਲਾਇਕੀ ਹੈ, ਕਾਂਗਰਸ ਸਰਕਾਰ ਦੀ ਨਲਾਇਕੀ ਹੈ, ਹੋਮ ਮਿਨਿਸਟਰ ਦੀ ਨਲਾਇਕੀ ਹੈ। ਇਸ ਕਰਕੇ ਉਹਨੂੰ ਪਤਾ ਨਹੀਂ ਉਹਦੀ ਸਰਕਾਰ ਥੱਲੇ ਕੀ ਕਰ ਰਹੀ ਹੈ। ਇਸ ਕਰਕੇ ਜੇ ਭਾਈ ਇਹ ਤਾਂ ਤੁਸੀਂ ਕਹਿੰਦੇ ਹੋ ਕਿ ਜਗਮੀਤ ਸਿੰਘ ਪ੍ਰਚਾਰ ਕਰਦਾ ਖਾਲਿਸਤਾਨ ਫੜ ਲਿਆ, ਤੁਸੀਂ ਇਹ ਪ੍ਰਚਾਰ ਕਰਦੇ ਕਿਉਂ ਨਹੀਂ ਫੜੇ? ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ, ਜਦੋਂ ਸ਼ਾਸਨ ਬਣਾਉਂਦੇ ਆ, ਜਦੋਂ ਮੀਟਿੰਗ ਕਰਦੇ ਆ, ਜਦੋਂ ਘਰ ਵਿੱਚ ਬੈਠ ਕੇ ਗੁਰੂ ਦੀ ਪਾਵਰ ਸਰੂਪਾਂ ਨੂੰ ਅੱਗ ਲਾਉਣ ਦੀ ਪਾਲਿਸੀ ਬਣਾਉਂਦੇ ਆ, ਗੁਰੂ ਸਾਹਿਬ ਨੂੰ ਅੰਗ ਰੋਲਣ ਦੀ ਪਾਲਿਸੀ ਬਣਾਉਂਦੇ ਆ, ਸਰਕਟ ਛਾੜ ਦਾ ਬਹਾਨਾ ਬਣਾ ਕੇ ਕਿਸ ਤਰੀਕੇ ਪੈਟਰੋਲ ਸਿੱਟ ਕੇ ਉੱਥੇ ਅੱਗ ਲਾਉਣੀ ਹੈ ਉਹ ਪਾਲਿਸੀ ਬਣਾਉਂਦੇ ਆ, ਕਿਸ ਤਰੀਕੇ ਕਿਹੜੀ ਗੱਡੀ ਤੇ ਜਾਂਦੇ, ਕਿੱਥੇ ਬੈਠਦੇ ਆ, ਉਦੋਂ ਤੁਹਾਡੀ IB ਕਿੱਥੇ ਜਾਂਦੀ ਹੈ, ਰੌ ਕਿੱਥੇ ਜਾਂਦੀ ਹੈ, ਸਟੇਟ ਇੰਟੈਲੀਜੈਂਸ ਕਿੱਥੇ ਜਾਂਦੀ ਹੈ, ਕਿੱਥੇ ਤੁਹਾਡੀ ਪੁਲਿਸ ਹੁੰਦੀ ਹੈ? ਉਦੋਂ ਤਾਂ ਖੁੰਝਾਂ 'ਚ ਵੜ ਜਾਂਦੀ ਹੈ ਸਾਰੀ ਹੈ। ਅਸੀਂ ਹੋ ਗਏ ਲਗਾਤਾਰ 6.25 ਸਾਲ ਹੋ ਗਏ हैं, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਤੇ ਹੋਈ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੋਈ ਹੈ। 95 ਲੱਖ ਦੇ ਇਸ਼ਤਿਹਾਰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਦੇ ਲਈ, ਸਿੱਖ ਕੌਮ ਨੂੰ ਗੁਰਮਰਾਹ ਕਰਨ ਦੇ ਲਈ ਗੁਰੂ ਦੀ ਗੋਲਕ ਦਾ ਇਹਨਾਂ ਨੇ ਸਤਿਆਨਾਸ਼ ਕਰ ਦਿੱਤਾ ਹੈ। ਕੌਮ ਦੀਆਂ ਜੜ੍ਹਾਂ ਦੇ ਵਿੱਚ ਇਹਨਾਂ ਨੇ ਤੇਲ ਪਾ ਦਿੱਤਾ ਹੈ। ਸਾਡੇ ਨੌਜਵਾਨਾਂ ਨੂੰ ਜਦੋਂ ਮਰਜ਼ੀ ਫੜ ਲੈਂਦੇ ਆ, ਕਦੇ NI ਫੜ ਲੈਂਦੀ ਹੈ, ਕਦੇ CI ਸਟਾਫ ਅੰਦਰ ਲੈ ਜਾਂਦਾ ਹੈ। ਇਸ ਕਰਕੇ ਰਾਜ ਕਰਕੇ ਹੈ। ਇਹ ਜੇ ਰਾਜ ਤੁਹਾਡਾ ਹੁੰਦਾ ਤੇ ਜਗਮੀਤ ਸਿੰਘ ਤੇ ਪਰਚਾ ਨਹੀਂ ਪੈਣਾ ਸੀ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ, ਅਮਰੀਕਾ, ਕੈਨੇਡਾ, ਜਰਮਨ, ਫਰਾਂਸ ਨੂੰ, ਜੇ ਨੌਜਵਾਨੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਪੰਥ ਨੂੰ ਬਚਾਉਣਾ, ਗ੍ਰੰਥ ਨੂੰ ਬਚਾਉਣਾ, ਬੀਬੀਆਂ ਤੇ ਜ਼ਬਰ ਹੁੰਦਾ ਉਹਨੂੰ ਬਚਾਉਣਾ, ਪੰਜਾਬ ਦੇ ਸੋਮਿਆਂ ਨੂੰ ਬਚਾਉਣਾ, ਪੰਜਾਬ ਦੀ ਆਰਥਿਕਤਾ ਨੂੰ ਬਚਾਉਣਾ, ਪੰਥ ਨੂੰ ਬਚਾਉਣਾ, ਪੰਜਾਬ ਨੂੰ ਬਚਾਉਣਾ, ਪਾਣੀ ਨੂੰ ਬਚਾਉਣਾ, ਪੰਜਾਬੀ ਨੂੰ ਬਚਾਉਣਾ, ਪੜ੍ਹਾਈ ਨੂੰ ਬਚਾਉਣਾ, ਪੁੱਤ ਤੇ ਪੱਤ ਨੂੰ ਬਚਾਉਣਾ, ਤੇ ਸਾਡੇ ਨੌਜਵਾਨਾਂ ਤੇ ਥਾਣਿਆਂ ਤੇ ਜਿਹੜਾ ਜ਼ਬਰ ਹੁੰਦਾ ਹੈ ਉਹਨਾਂ ਨੂੰ ਬਚਾਉਣਾ। ਤੇ ਭਾਈ ਫਿਰ ਲੋਹੇ ਨੂੰ ਲੋਹਾ ਕੱਟਦਾ ਹੈ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੰਜਾਬ ਦਾ ਵਾਰਸ ਬਣਾਓ। ਤੇ ਬਨੂੜ ਥਾਣਾ ਕੀ, ਬਨੂੜ ਥਾਣੇ ਦਾ ਥਾਣੇਦਾਰ ਨਾ ਭੱਜਿਆ ਫਿਰਦੇ, SSP ਨਾ ਭੱਜਿਆ ਫਿਰੇ, ਤੇ ਜਗਮੀਤ ਬਲ ਕਰੀ ਕੋਈ ਅੱਖ ਉੱਚੀ ਕਰਕੇ ਵੇਖ ਦਿੰਦਾ, ਪਰਚਾ ਤਾਂ ਕੀ ਪਾਉਣਾ ਸੀ। ਇਸ ਕਰਕੇ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਆ, ਉਹੀ ਥੈਲੇ ਦੀ ਚੱਟਾ ਵੱਟਾ ਹੈ। ਹੁਣ ਕੇਜਰੀਵਾਲ ਕਿਉਂ ਨਹੀਂ ਬੋਲਦਾ ਜਗਮੀਤ ਤੇ? ਕਾਂਗਰਸ ਦਾ ਪਾਇਆ ਕਿਉਂ ਨਹੀਂ ਬੋਲਦਾ? ਤੇ ਜਿਹੜੇ ਹਿਊਮਨ ਰਾਈਟਸ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ? ਇਸ ਕਰਕੇ ਸਾਰੇ ਇੱਕੋ ਥਾਂ ਤੇ ਰਲੇ ਹੋਏ ਆ। ਸਾਡੀ ਨੌਜਵਾਨੀ ਨੂੰ ਕਦੇ ਨਸ਼ੇ 'ਚ ਖਤਮ ਕਰਨਾ ਚਾਹੁੰਦੇ ਆ, ਕਦੇ ਝੂਠੇ
ਪੁਲਿਸ ਮੁਕਾਬਲੇ ਨਹੀਂ ਖਤਮ ਕਰਨਾ ਚਾਹੁੰਦੇ ਆ, ਥਾਣਿਆਂ 'ਚ ਭੇਜ ਕੇ ਜ਼ਬਰ ਤਸ਼ੱਦਦ ਕਰਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ। ਸਾਡੀ ਰੀੜ ਦੀ ਹੱਡੀ ਜਿਹੜਾ ਸਮਾਜ ਹੈ ਉਹਨੂੰ ਖਤਮ ਕਰਨ ਦੀ ਪਾਲਿਸੀ ਆ। ਇਸ ਕਰਕੇ ਆਪਾਂ ਰਾਜ ਬਾਦਸ਼ਾਹੀ ਲਈਏ। ਇਸ ਕਰਕੇ ਜਗਮੀਤ ਸਿੰਘ ਦੀ ਗ੍ਰਿਫਤਾਰੀ ਨੂੰ ਅਸੀਂ ਨਿੰਦਿਆ ਕਰਦਾ। ਤੁਰੰਤ ਇਹਦਾ ਪਰਚਾ ਰੱਦ ਹੋਣਾ ਚਾਹੀਦਾ ਤੇ ਇਹਨੂੰ ਜੇਲ੍ਹ ਚੋਂ, ਇਹਨੂੰ ਥਾਣੇ ਚੋਂ ਤੇ ਜੇਲ੍ਹ ਚੋਂ ਕਢਾ ਕੇ ਆਪਾਂ ਪੰਥ ਦੇ ਵਿੱਚ ਵਾਪਸ ਲਿਆਈਏ। ਅਸੀਂ ਜਿੰਨੇ ਗੁਲਾਮ ਹਸਤੀ ਦੇ ਬੰਦੇ ਆ, ਜਿੰਨੇ ਸਾਡੇ ਵਿੱਚ ਤਾਕਤ ਹੈ, ਉਨੀ ਜਦੋਜਦ ਕਰਕੇ ਜਗਮੀਤ ਸਿੰਘ ਦੇ ਨਾਲ ਚਟਾਨਵਾ ਖੜੇ ਆ, ਸਾਡੀ ਮਾਂ ਦੇ ਨਾਲ ਖੜੇ। ਇੱਕ ਪਾਸੇ ਤਾਂ ਚੰਨੀ ਸਰਕਾਰ ਕਹਿੰਦੀ ਆ ਬੀਬੀਆਂ ਦਾ ਥਾਣੇ ਸਤਿਕਾਰ ਹੋਊਗਾ। ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦਾ ਸੀ ਮੇਰਾ ਵੀ ਮੇਰੇ ਰਾਜ ਦੇ ਵਿੱਚ ਹੀ ਸਤਿਕਾਰ ਹੋਊਗਾ। ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਸਰਪੰਚ ਨੇ ਗਿੱਦੜ ਵਿੱਚ ਬੀਬੀ ਦੇ ਥੱਪੜ ਮਾਰਤਾ, ਬੀਬੀਆਂ ਨੂੰ ਥਾਣਿਆਂ 'ਚ ਰੋਲਤਾ। ਹੁਣ ਚੰਨੀ ਸਰਕਾਰ ਵੀ ਸਾਡੀਆਂ ਬੀਬੀਆਂ ਨੂੰ ਫੜ ਕੇ ਥਾਣਿਆਂ 'ਚ ਰੋਲ ਰਹੀ ਹੈ ਤੇ ਨਜਾਇਜ਼ ਜਿਹੜੇ ਕੇਸ ਪਾ ਰਹੇ ਆ, ਜਦੋਂ ਕਿ ਖਾਲਿਸਤਾਨ ਦਾ ਕੋਈ ਕੇਸ ਨਹੀਂ ਬਣਦਾ, ਖਾਲਿਸਤਾਨ ਮੰਗਣ ਦਾ ਕੇਸ ਨਹੀਂ ਬਣਦਾ। ਇਸ ਕਰਕੇ ਖਾਲਿਸਤਾਨ ਅਸੀਂ ਚਾਹੁੰਦੇ ਆ, ਮੰਗਦੇ ਰਵਾਂਗੇ ਤੇ ਖਾਲਿਸਤਾਨ ਇੱਕ